ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਮੈਂ ਆਪ ਜੀ ਨੂੰ ਸਮਨ ਅਤੇ ਮੂਸਨ ਦੀ ਕਥਾ ਸੁਣਾਉਣ ਜਾ ਰਹੀ ਹਾਂ। ਸਮਨ ਅਤੇ ਮੂਸਨ ਦੋਨੋਂ ਬਾਪ बेटा ਹਨ। ਬਾਪ ਜੋ ਹੈ ਉਹ ਸਮਨ ਹੈ, बेटा जो है ਮੂਸਨ ਹੈ। ਦੋਨੋਂ ਲਾਹੌਰ ਵਿੱਚ ਰਹਿੰਦੇ ਹਨ, ਕਿਰਤ ਕਰਦੇ ਹਨ, ਮਿਹਨਤ ਮਜ਼ਦੂਰੀ ਕਰਦੇ ਹਨ। ਬੜੀ ਮੁਸ਼ਕਿਲ ਨਾਲ ਦੋਨੋਂ ਟਾਈਮ ਦੀ ਰੋਟੀ ਦਾ ਜੁਗਾੜ ਹੁੰਦਾ ਹੈ। ਦੋਨਾਂ ਦਾ ਗਰੀਬ ਹਨ, ਲੇਕਿਨ ਮਨ ਵਿੱਚ ਸ਼ਰਧਾ ਬਹੁਤ ਹੈ। ਕਥਾ ਕੀਰਤਨ ਸੁਣਨ ਦਾ ਬਹੁਤ ਸ਼ੌਕ ਹੈ। ਕਿਤੇ ਵੀ ਪਤਾ ਚੱਲਦਾ ਹੈ ਕਿ ਸੰਗਤ ਹੋ ਰਹੀ ਹੈ, ਸੰਗਤ ਉੱਥੇ ਕਥਾ ਕੀਰਤਨ ਚੱਲ ਰਿਹਾ ਹੈ। ਦੋਨੋਂ ਪਿਤਾ ਪੁੱਤਰ ਦੋਨੋਂ ਉੱਥੇ ਪਹੁੰਚ ਜਾਂਦੇ ਹਨ ਅਤੇ ਸੰਗਤ ਕਰਦੇ ਹਨ। ਇਹਨਾਂ ਨੂੰ ਪਤਾ ਚੱਲਿਆ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਸ਼ਹਿਰ ਵਿੱਚ ਆਏ ਹਨ। ਜਦੋਂ ਇਹਨਾਂ ਨੇ ਸੁਣਿਆ ਕਿ ਗੁਰੂ ਸਾਹਿਬ ਆਏ ਹੋਏ ਹਨ, ਖੁਸ਼ੀ ਦਾ ਠਿਕਾਣਾ ਨਾ ਰਿਹਾ। ਦੋਨੋਂ ਬਾਪ ਬੇਟਾ ਦੋਨੋਂ ਜਿੱਥੇ ਵੀ ਸੰਗਤ ਜੁੜਦੀ ਹੈ, ਜਿੱਥੇ ਗੁਰੂ ਸਾਹਿਬ ਜਾਂਦੇ ਹਨ, ਪ੍ਰੇਮੀ ਸਿੱਖ ਗੁਰੂ ਸਾਹਿਬ ਨੂੰ ਆਪਣੇ ਆਪਣੇ ਘਰਾਂ 'ਚ ਬੁਲਾਉਂਦੇ ਹਨ। ਇਹ ਦੋਨੋਂ ਪਿਤਾ ਪੁੱਤਰ ਦੋਨੋਂ ਜਾਂਦੇ ਹਨ ਅਤੇ ਸੰਗਤ ਕਰਦੇ ਹਨ। ਮਨ ਵਿੱਚ ਬੜੀ ਸ਼ਰਧਾ ਹੈ। ਦੋਨੋਂ ਸੋਚਦੇ ਹਨ ਕਿ ਗੁਰੂ ਸਾਹਿਬ ਕਿਧਰੇ ਸਾਡੇ ਘਰ ਵੀ ਚਰਨ ਪਾ ਲਵਣ, ਸੰਗਤ ਦੇ ਚਰਨ ਸਾਡੇ ਘਰ ਪੈ ਜਾਣ। ਲੇਕਿਨ ਕੋਈ ਜੁਗਾੜ ਨਹੀਂ ਹੈ, ਪੈਸੇ ਨਹੀਂ ਹਨ। ਮੁਸ਼ਕਿਲ ਨਾਲ ਰੋਟੀ ਦਾ ਜੁਗਾੜ ਹੁੰਦਾ ਹੈ। ਪੈਸੇ ਕਿੱਥੋਂ ਆਣਗੇ? ਸੰਗਤ ਨੂੰ ਕਿਸ ਤਰ੍ਹਾਂ ਬੁਲਾਈਏ? ਦੋਨੋਂ ਸੋਚਾਂ ਸੋਚ ਕੇ ਆਖਿਰ ਮੂਸਨ ਨੇ ਕਿਹਾ, ਪਿਤਾ ਜੀ ਸਾਡੇ ਘਰ ਦੇ ਕੋਲ ਜਗਤ ਰਾਮ ਹਲਵਾਈ ਰਹਿੰਦਾ ਹੈ, ਕਿਉਂ ਨਾ ਉਸ ਦੇ ਨਾਲ ਮਿਲ ਕੇ ਗੱਲ ਕਰ ਲੈਂਦੇ ਹਾਂ ਕਿ ਉਸ ਨੂੰ ਥੋੜ੍ਹੇ ਪੈਸੇ ਕਰਕੇ ਦਿੰਦੇ ਰਵਾਂਗੇ ਅਤੇ ਉਹ ਸਾਡਾ ਕੰਮ ਕਰ ਦੇਵੇ, ਸੰਗਤ ਲਈ ਲੰਗਰ ਅਤੇ ਮਿਠਾਈਆਂ ਬਣਾ ਦੇਵੇ। ਬੜੀ ਖੁਸ਼ੀ ਦੀ ਗੱਲ ਹੈ। ਸਮਨ ਵੀ ਬਹੁਤ ਖੁਸ਼ ਹੋ ਗਿਆ। ਚਲੋ ਚਲਦੇ ਹਾਂ। ਜਗਤ ਰਾਮ ਹਲਵਾਈ ਦੇ ਕੋਲ ਚਲੇ ਗਏ, ਬੇਨਤੀ ਕੀਤੀ, ਜਗਤ ਰਾਮ ਜੀ ਤੁਸੀਂ ਸਾਡੀ ਸ਼ਰਧਾ ਦੇਖੋ, ਅਸੀਂ ਗੁਰੂ ਸਾਹਿਬ ਦੇ ਚਰਨ ਆਪਣੇ ਘਰ ਪਵਾਉਣਾ ਚਾਹੁੰਦੇ ਹਾਂ, ਤੁਸੀਂ ਸਾਡੀ ਮਦਦ ਕਰੋ। ਕੀ ਮਦਦ ਕਰ ਸਕਦਾ ਹਾਂ ਮੈਂ? ਮਦਦ ਇਹ ਕਰੋ ਕਿ ਸਾਡੇ ਕੋਲ ਪੈਸੇ ਨਹੀਂ ਹਨ, ਅਸੀਂ ਥੋੜ੍ਹੇ ਪੈਸੇ ਵਿਆਜ ਸਮੇਤ ਤੁਹਾਨੂੰ ਦੇ ਦੇਵਾਂਗੇ, ਲੇਕਿਨ ਤੁਸੀਂ ਸੰਗਤ ਲਈ ਲੰਗਰ ਅਤੇ ਮਿਠਾਈਆਂ ਤਿਆਰ ਕਰੋ, ਤੁਹਾਡੀ ਬਹੁਤ ਮਿਹਰਬਾਨੀ ਹੋਏਗੀ। ਜਦੋਂ ਇਹਨਾਂ ਨੇ ਬਹੁਤ ਤਰਲੇ ਕੱਢੇ ਤਾਂ ਜਗਤ ਰਾਮ ਹਲਵਾਈ ਜੋ ਸੀ ਉਹ ਮੰਨ ਗਿਆ। ਉਸਨੇ ਕਿਹਾ ਠੀਕ ਹੈ, ਤੁਸੀਂ ਮੈਨੂੰ ਥੋੜ੍ਹੇ ਪੈਸੇ ਦੇ ਦੇਣਾ, ਮੈਂ ਤੁਹਾਡਾ ਸਾਰਾ ਕੰਮ ਕਰ ਦੇਵਾਂਗਾ। ਬੜੇ ਖੁਸ਼ ਹੋ ਗਏ। ਖੁਸ਼ੀ ਨਾਲ ਗੁਰੂ ਸਾਹਿਬ ਦੇ ਕੋਲ ਗਏ। ਜਦੋਂ ਭੋਗ ਪੈ ਗਿਆ, ਚਰਨਾਂ ਤੇ ਮੱਥਾ ਟੇਕ ਕੇ ਸਮਨ ਅਤੇ ਮੂਸਨ ਕਹਿਣ ਲੱਗੇ, ਮਹਾਰਾਜ ਸਾਡੇ ਘਰ ਵੀ ਚਰਨ ਪਾਓ, ਸਾਡਾ ਬੜਾ ਮਨ ਹੈ ਕਿ ਤੁਹਾਡੇ ਅਤੇ ਸੰਗਤ ਦੇ ਚਰਨ ਸਾਡੇ ਘਰ ਪੈ ਜਾਣ। ਠੀਕ ਹੈ, ਜਦੋਂ ਤੁਸੀਂ ਕਹੋਗੇ ਅਸੀਂ ਆ ਜਾਵਾਂਗੇ। ਮਹਾਰਾਜ ਤੁਸੀਂ ਜਦੋਂ ਕਹਿੰਦੇ ਹੋ ਅਸੀਂ ਤੁਹਾਨੂੰ ਤਦੋਂ ਹੀ ਬੁਲਾ ਲਵਾਂਗੇ। ਨਹੀਂ, ਜਦੋਂ ਤੁਹਾਨੂੰ ਸਹੂਲੀਅਤ ਹੋਵੇ ਅਸੀਂ ਆ ਜਾਵਾਂਗੇ। ਚਲੋ ਦਿਨ ਫਿਕਸ ਹੋ ਗਿਆ। ਅਗਲਾ ਦਿਨ ਆ ਗਿਆ। ਸਮਨ ਅਤੇ ਮੂਸਨ ਨੇ ਦੱਸਿਆ ਜਗਤ ਰਾਮ ਨੂੰ ਕਿ ਕੱਲ ਗੁਰੂ ਸਾਹਿਬ ਅਤੇ ਸੰਗਤ ਸਾਡੇ ਘਰ ਆ ਰਹੀ ਹੈ, ਤੂੰ ਤਿਆਰੀ ਸ਼ੁਰੂ ਕਰ ਦੇ। ਜਗਤ ਰਾਮ ਹਲਵਾਈ ਨੇ ਤਿਆਰੀ ਸ਼ੁਰੂ ਕਰ ਦਿੱਤੀ, ਮਿਠਾਈਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦੇ ਹਨ ਨਾ, ਜਦੋਂ ਕੋਈ ਚੰਗਾ ਕੰਮ ਕਰਦਾ ਹੈ ਉਸਦੇ ਦੋਖੀ ਵੀ ਨਾਲ ਹੋ ਜਾਂਦੇ ਹਨ। ਅਚਾਨਕ ਉਧਰੋਂ ਕੋਲ ਸੇਠ ਰਹਿੰਦਾ ਹੈ, ਉਹ ਸੇਠ ਅਚਾਨਕ ਕੋਲੋਂ ਨਿਕਲਿਆ। ਉਸਨੇ ਜਗਤ ਰਾਮ ਨੂੰ ਕਿਹਾ, ਜਗਤ ਰਾਮ ਕੀ ਗੱਲ ਹੈ, ਬੜੀ ਜ਼ੋਰ ਸ਼ੋਰ ਨਾਲ ਤਿਆਰੀਆਂ ਹੋ ਰਹੀਆਂ ਹਨ, ਮਿਠਾਈਆਂ ਬਣ ਰਹੀਆਂ ਹਨ, ਕੀ ਕਿਸੇ ਦਾ ਵਿਆਹ ਸ਼ਾਦੀ ਹੈ? ਨਹੀਂ, ਕੁਛ ਨਹੀਂ ਹੈ। ਸਮਨ ਅਤੇ ਮੂਸਨ ਹਨ ਨਾ, ਉਹ ਗੁਰੂ ਸਾਹਿਬ ਦੇ ਅਤੇ ਸੰਗਤ ਦੇ ਚਰਨ ਆਪਣੇ ਘਰ ਪਵਾਉਣਾ ਚਾਹੁੰਦੇ ਹਨ। ਉਹਨਾਂ ਨੇ ਮਿਠਾਈਆਂ ਤਿਆਰ ਕਰਵਾਈਆਂ ਹਨ, ਕੱਲ ਗੁਰੂ ਸਾਹਿਬ ਦੇ ਚਰਨ ਉਹਨਾਂ ਦੇ ਘਰ ਪੈਣਗੇ। ਓਏ, ਉਹਨਾਂ ਨੇ ਪੈਸੇ ਦਿੱਤੇ ਹਨ ਤੈਨੂੰ? ਨਹੀਂ, ਪੈਸੇ ਤੇ ਨਹੀਂ ਦਿੱਤੇ। ਉਹਨਾਂ ਨੇ ਕਿਹਾ ਅਸੀਂ ਥੋੜ੍ਹੇ ਕਰਕੇ ਪੈਸੇ ਤੈਨੂੰ ਦੇ ਦੇਵਾਂਗੇ, ਤੂੰ ਸਾਡੀ ਸ਼ਰਧਾ ਵੇਖ। ਬੜਾ ਉਹਨਾਂ ਨੇ ਹੱਥ ਜੋੜੇ ਤੇ ਮੈਂ ਮੰਨ ਗਿਆ ਹਾਂ। ਓਏ ਮੂਰਖ, ਇਹ ਕੀ ਕੀਤਾ ਤੂੰ ਉਹਨਾਂ ਦੇ ਪਿੱਛੇ ਦੌੜਦਾ ਰਹੇਗਾ ਪੈਸਿਆਂ ਪਿੱਛੇ? ਕੋਈ ਛੋਟੇ ਪੈਸੇ ਨੇ, 100-200 ਰੁਪਏ ਹਨ, ਕਿੱਥੋਂ ਲਏਗਾ? ਉਹ ਭੁੱਖੇ ਨੰਗੇ, ਉਹਨਾਂ ਕੋਲ ਰੋਟੀ ਖਾਣ ਜੋਗੀ ਹੈ ਕੋਈ ਨਹੀਂ, ਔਰ ਤੂੰ ਇਤਨਾ ਉਹਨਾਂ ਦੇ ਪੈਸੇ ਉਧਾਰ ਦੇ ਰਿਹਾ। ਮਨਾ ਕਰ ਦੇ, ਸਾਫ਼ ਮਨਾ ਕਰ ਦੇ, ਨਹੀਂ ਤੇ ਬਹੁਤ ਪਛਤਾਏਗਾ। ਕਿਉਂਕਿ ਜੋ ਸੇਠ ਸੀ ਨਾ, ਉਸਦੇ ਮਨ ਵਿੱਚ ਚੋਰ ਸੀ, ਪੈਸੇ ਵਾਲਾ ਬਹੁਤ ਸੀ, ਲੇਕਿਨ ਉਸਨੂੰ ਇਹ ਸੀ ਕਿ ਜਦੋਂ ਲੋਕੀ ਸੁਣਨਗੇ ਨਾ ਕਿ ਸਮਨ ਅਤੇ ਮੂਸਨ ਦੇ ਘਰ ਗੁਰੂ ਸਾਹਿਬ ਆਏ ਹਨ, ਤਦ ਲੋਕੀ ਮੇਰੀ ਨਿੰਦਾ ਕਰਨਗੇ। ਲੋਕੀ ਕਹਿਣਗੇ ਇਹ ਇਤਨੇ ਪੈਸੇ ਵਾਲਾ ਸੇਠ ਹੈ, ਇਹ ਨਹੀਂ ਬੁਲਾ ਸਕਿਆ ਗੁਰੂ ਸਾਹਿਬ ਨੂੰ ਆਪਣੇ ਘਰ। ਇਸ ਵਾਸਤੇ ਇਸਦੇ ਮਨ ਦਾ ਚੋਰ ਸੀ ਜੋ ਇਸਨੇ ਉਹਨਾਂ ਨੂੰ ਮਨਾ ਕਰ ਦਿੱਤਾ। ਜਗਤ ਰਾਮ ਨੂੰ, ਸਮਨ ਅਤੇ ਮੂਸਨ ਨੂੰ ਜਗਤ ਰਾਮ ਨੇ ਮਨਾ ਕਰਤਾ, ਨਹੀਂ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ, ਤੁਸੀਂ ਆਪਣਾ ਕੋਈ ਹੋਰ ਹਿਸਾਬ ਕਿਤਾਬ ਵੇਖ ਲਓ, ਮੈਂ ਨਹੀਂ ਕਰ ਸਕਾਂਗਾ। ਸਮਨ ਅਤੇ ਮੂਸਨ ਬਹੁਤ ਪਰੇਸ਼ਾਨ ਹੋਏ, ਹੁਣ ਕੀ ਕਰੀਏ? ਦੋਨਾਂ ਨੇ ਸੋਚਿਆ ਅਗਰ ਅਸੀਂ ਗੁਰੂ ਸਾਹਿਬ ਨੂੰ ਨਾ ਬੁਲਾਇਆ ਤੇ ਸਾਡੀ ਵੀ ਬਦਨਾਮੀ,
ਸਾਡੇ ਨਾਲ ਨਾਲ ਗੁਰੂ ਸਾਹਿਬ ਦੀ ਵੀ ਲੋਕੀ ਨਿੰਦਿਆ ਕਰਨਗੇ ਕਿ ਕਿਉਂ ਜੇ ਸਿੱਖ ਹਨ ਜੋ ਕਹਿ ਕੇ ਪਿੱਛੇ ਹਟ ਗਏ ਹਨ। ਇਹ ਨਹੀਂ ਹੋ ਸਕਦਾ। ਮੂਸਨ ਕਹਿਣ ਲੱਗਾ, ਪਿਤਾ ਜੀ ਕਿਉਂ ਨਾ ਇਸ ਸੇਠ ਦੇ ਘਰ ਅਸੀਂ ਚੋਰੀ ਕਰੀਏ। ਚੋਰੀ ਕਰੀਏ? ਇਹ ਸਾਡੇ ਪਾਸੋਂ ਨਹੀਂ ਹੋਏਗਾ ਬੇਟਾ, ਅਸੀਂ ਚੋਰੀ ਨਹੀਂ ਕਰ ਸਕਦੇ। ਕਰਨੀ ਪਏਗੀ ਪਿਤਾ ਜੀ। ਇਹ ਚੋਰੀ ਅਸੀਂ ਇਸ ਨੂੰ ਪਿੱਛੋਂ ਹੌਲੀ ਹੌਲੀ ਪੈਸੇ ਦਿੰਦੇ ਰਵਾਂਗੇ, ਲੇਕਿਨ ਸਾਨੂੰ ਚੋਰੀ ਕਰਨੀ ਪਏਗੀ ਕਿਉਂਕਿ ਇਸ ਨਾਲ ਸਾਡੀ ਬਦਨਾਮੀ, ਸੰਗਤ ਅਤੇ ਗੁਰੂ ਸਾਹਿਬ ਦੀ ਵੀ ਬੇਇੱਜ਼ਤੀ ਹੋਏਗੀ ਕਿ ਕਿਉਂ ਜੇ ਸਿੱਖ ਹਨ ਗੁਰੂ ਸਾਹਿਬ ਦੇ। ਸੰਮਨ ਮੰਨ ਗਿਆ। ਮੂਸਨ ਨੇ ਕਿਹਾ, ਪਿਤਾ ਜੀ ਸੇਠ ਦੀ ਛੱਤ ਦੇ ਉੱਤੇ ਮੋਖਲਾ ਕਰਕੇ ਮੈਂ ਰੱਸੀ ਦੇ ਸਾਰੇ ਹੇਠਾਂ ਉਤਰ ਜਾਵਾਂਗਾ ਅਤੇ ਜੋ ਵੀ ਪੈਸੇ ਹਨ ਸਾਨੂੰ ਜ਼ਰੂਰਤ ਹਨ ਉਸ ਤੇ ਲੈ ਕੇ ਤੁਸੀਂ ਮੈਨੂੰ ਰੱਸੀ ਦੇ ਸਹਾਰੇ ਉੱਪਰ ਖਿੱਚ ਲੈਣਾ। ਸੰਮਨ ਨੇ ਕਿਹਾ ਠੀਕ ਹੈ। ਮੂਸਨ ਨੂੰ ਹੇਠਾਂ ਰੱਸੀ ਦੇ ਸਹਾਰੇ ਉਤਾਰ ਦਿੱਤਾ। ਮੂਸਨ ਨੇ 500 ਰੁਪਇਆ ਉੱਥੋਂ ਚੁੱਕਿਆ ਅਤੇ ਜਦੋਂ ਸੰਮਨ ਉਸ ਨੂੰ ਰੱਸੀ ਦੇ ਸਹਾਰੇ ਉੱਪਰ ਖਿੱਚਣ ਲੱਗਾ, ਮੂਸਨ ਉੱਤੇ ਖਿੱਚਣ ਨਾ ਹੋਏ। ਬਹੁਤ ਕੋਸ਼ਿਸ਼ ਕੀਤੀ ਸੰਮਨ ਨੇ ਕਿ ਮੂਸਨ ਨੂੰ ਉੱਪਰ ਖਿੱਚ ਲਵਾਂ, ਲੇਕਿਨ ਉਸਦੇ ਸਰੀਰ ਵਿੱਚ ਇਤਨੀ ਤਾਕਤ ਨਹੀਂ ਸੀ ਕਿਉਂਕਿ ਹੇਠਾਂ ਸੇਠ ਨੇ ਮੂਸਨ ਦੇ ਟੰਗਾਂ ਪਕੜ ਲਿਆ ਸੀ। ਉਸਨੇ ਕਿਹਾ ਕੋਈ ਚੋਰ ਆਇਆ ਹੈ, ਦੌੜ ਰਿਹਾ ਹੈ, ਇਸ ਵਾਸਤੇ ਉਸਨੇ ਉਸਦੀ ਟੰਗਾਂ ਤੋਂ ਪਕੜ ਲਿਆ, ਥੱਲੇ ਹੇਠਾਂ ਖਿੱਚ ਲਿਆ। ਮੂਸਨ ਕਹਿਣ ਲੱਗਾ, ਪਿਤਾ ਜੀ ਇਹ ਲਓ ਤੁਸੀਂ 500 ਰੁਪਏ ਰੱਖੋ ਅਤੇ ਮੇਰੀ ਗਰਦਨ ਉੱਤੋਂ ਅਲੱਗ ਕਰ ਦਿਓ ਔਰ ਤੁਸੀਂ ਆਪਣਾ ਕੰਮ ਕਰੋ, ਕੋਈ ਗੱਲ ਨਹੀਂ। ਸੰਮਨ ਨੇ ਕਿਹਾ, ਇਹ ਮੇਰੇ ਕੋਲ ਕਿਸ ਤਰ੍ਹਾਂ ਹੋਏਗਾ, ਮੈਂ ਆਪਣੇ ਬੇਟੇ ਦੀ ਗਰਦਨ ਸਰੀਰ ਤੋਂ ਅਲੱਗ ਕਰ ਦਵਾਂ? ਬੇਟਾ ਬੜਾ ਮੁਸ਼ਕਲ ਹੈ। ਨਹੀਂ ਪਿਤਾ ਜੀ ਤੁਸੀਂ ਤਲਵਾਰ ਨਾਲ ਮੇਰੀ ਗਰਦਨ ਕੱਟ ਦਿਓ। ਹੁਣ ਸੰਮਨ ਕੋਲ ਇਸ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ ਕਿਉਂਕਿ ਅਗਰ ਸਵੇਰ ਹੋ ਜਾਂਦੀ, ਥੱਲੇ ਮੂਸਨ ਪਕੜਿਆ ਜਾਂਦਾ, ਬਹੁਤ ਬਦਨਾਮੀ ਹੋਣੀ ਸੀ, ਚੋਰੀ ਦਾ ਇਲਜ਼ਾਮ ਲੱਗਣਾ ਸੀ, ਪੁਲਿਸ ਕੇਸ ਹੋ ਜਾਣਾ ਸੀ। ਮੂਸਨ ਦੀ ਗਰਦਨ ਸੰਮਨ ਨੇ ਕੱਟ ਦਿੱਤੀ। ਉੱਪਰੋਂ ਗਰਦਨ ਚੁੱਕ ਕੇ ਪੈਸੇ ਲੈ ਕੇ ਸੰਮਨ ਆਪਣੇ ਘਰ ਆ ਗਿਆ। ਮੂਸਨ ਦੀ ਗਰਦਨ ਨੂੰ ਪਿੱਛੇ ਕਮਰੇ ਛੁਪਾ ਦਿੱਤਾ, ਉੱਪਰ ਚਾਦਰ ਪਾ ਦਿੱਤੀ, ਚਾਦਰ ਵਿੱਚ ਲਪੇਟ ਦਿੱਤੀ। ਜਾ ਕੇ ਜਗਤ ਰਾਮ ਹਲਵਾਈ ਨੂੰ ਪੈਸੇ 200 ਰੁਪਏ ਦਿੱਤੇ। ਇਹ ਲੋ ਤੂੰ ਫਾਲਤੂ ਬੰਦੇ ਲਗਾ ਕੇ ਸਾਡਾ ਕੰਮ ਕਰ ਦੇ, ਸ਼ਾਮ ਨੂੰ ਗੁਰੂ ਸਾਹਿਬ ਨੇ ਚਰਨ ਪਾਣੇ ਹਨ। ਜਗਤ ਰਾਮ ਵੀ ਖੁਸ਼ ਹੋ ਗਿਆ, ਪੈਸੇ ਮਿਲ ਗਏ। ਚਾਹੇ ਉਹ ਵੀ ਆਪਣਾ ਕੰਮ ਕਰਨ ਲਗਾ। ਸਾਰਾ ਕੰਮ ਤਿਆਰ ਹੋ ਗਿਆ। इधरों जो सेठ सी उसने देखा लाश मेरे घर पई हुई है, बड़ा परेशान हो गया। ये तो मैंने पुलिस पकड़ के लै जाएगी, हुण मैं की करा, हुण की करा। उसनू याद आई कि संमन पैसों तो परेशान सी। संमन दे हवाले काम करना कि तू लाश नू टिकाने लगा, मैं तैनू 500 रुपये दे देवांगा। मिन्नतां तरले कीतियां संमन दे। संमन ने पहले ना नुकर की, लेकिन सेठ ने मिन्नतां तरले की, मेरी इज्जत का सवाल है, मैंने पुलिस पकड़ लाएगी, ए तू 500 रुपया पकड़ और मेरे ये लाश नू टिकाने लगा दे। संमन भी खुशी नाल लाश नू लै गया क्योंकि बेटे दी लाश सी। लैके उत्थे कमरे च रख दी अंदर अते उपर चादर पा दी। शाम का वक्त गुरु साहब आ गए, संगत आ गई, लंगर शुरू हो गया, कथा पर होई, कीर्तन होया। उस तो बाद जदों लाइनां लग गया, लंगर शुरू हो गया। गुरु साहब बोले, संमन मूसन किथे है? महाराज वो किसे कम दूर चला गया है, उसनों आवाज मार, संगत आई हुई है, सेवा करे। महाराज वो दूर गया है, मेरी आवाज़ उस तक नहीं पहुँचेगी। नहीं संमन, तू आवाज़ लगा, तन आ जाएगा। महाराज दे चरणों ते मत्था टेके संमन ने अखां च अथरू पड़ ले। महाराज संमन मूसन मेरी पहुँच तो बहुत दूर है, मेरी आवाज़ उस तक नहीं जाएगी। कल तो बड़ी चाह मेरे को आया सी मूसन कि महाराज साढ़े घर चरण पाओ, अज कित्थे चला गया है? महाराज तुहाडी आवाज़ सुन सकता है, तुसी बुला लो, मेरी आवाज़ उस तक नहीं पहुँचेगी। ठीक है मूसन बेटा बाहर आओ, संगत की सेवा करो, संगत बाहर आई हुई है, कित्थे चले गया तुसी? एक आवाज़ होर मारी, मूसन बेटा बाहर आओ, संगत नू लंगर वरताओ, सेवा करो। इतनी देर हुई, 2 मिनट के अंदर अंदर मूसन वाहेगुरु 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 धन गुरु करदा बाहर आ गया। गुरु साहब के चरणों ते मत्था टेकिया। मूसन बेटा लंगर की सेवा करो, जल पानी की सेवा करो, संगत आई हुई है। मूसन ने बड़ी खुशी खुशी नाल सारी सेवा की। जदों संगत सारी लंगर छक चुकी, सारा काम खत्म हो गया, तद गुरु साहब ने सारी कथा संगत नू सुनाई। संगत ये कथा सुन के दंदां थल्ले उंगलियां दबा लियां। धन कुर्बानी है संमन दी और मूसन दी, इतनी वड्डी कुर्बानी इन्होंने संगत दे चरण पुआण पीछे दिती है। हाँ, इन्होंने इतनी वड्डी कुर्बानी दी है। गुरु साहब ने उस वक्त ये शब्द उच्चारण किया,
सम्मन जो इस प्रेम की दम क्यों होती साठ, ਰਾਵਣ ਹੁੱਤੇ ਸੁਰੰਕ ਨੇ ਜਿਨ ਸਿਰ ਦੀਨੇ ਕਾਟ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ 1363 ਅਤੇ 64 ਅੰਕ ਉੱਪਰ ਬਿਰਾਜਮਾਨ ਹੈ। ਕਹਿੰਦੇ ਹਨ ਨਾ, ਗੁਰੂ ਸਾਹਿਬ ਨੇ ਕਿਹਾ ਕਿ ਰਹਿੰਦੀ ਦੁਨੀਆ ਤੱਕ ਸੰਮਨ ਅਤੇ ਮੂਸਨ ਦੀ ਕੁਰਬਾਨੀ ਯਾਦ ਰੱਖੀ ਜਾਏਗੀ। ਧੰਨ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਧੰਨ ਹਨ ਉਹਨਾਂ ਦੇ ਸਿੱਖ ਸੰਮਨ ਅਤੇ ਮੂਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।